गुड मॉर्निंग बेटा। मैं मोनिका मेहता, साइंस मिस्टर्स GSS लोगड़। अज ਤੁਹਾਨੂੰ ਲੈਸਨ ਕਰਾ ਰਹੇ ਆ ਡਾਇਵਰਸਿਟੀ ਇਨ ਲਿਵਿੰਗ ਆਰਗੈਨਿਜ਼ਮ 9th ਕਲਾਸ 'ਚ ਹੈਗਾ ਔਰ NTSC ਲਈ ਵੀ ਆ। ਯੂ ਕੈਨ ਸਟੱਡੀ ਅਬਾਊਟ ਦੀ ਡਾਇਵਰਸਿਟੀ, ਜੈਵਿਕ ਵਿਭਿੰਨਤਾ, ਕਿ ਇੰਨੇ ਤਰ੍ਹਾਂ ਦੇ ਪਲਾਂਟਸ ਔਰ ਐਨੀਮਲਸ ਹੈ, ਇਹਨਾਂ ਦੇ ਬਾਰੇ ਸਟੱਡੀ ਕਰਨੀ ਆ। ਵਾਈ ਦੇ ਆਰ ਡਿਫਰੈਂਟ ਐਂਡ ਫਲੋਰਾ ਐਂਡ ਫੋਨਾ। ਜੋ ਬਨਸਪਤੀ ਸਮੂਹ ਹੈ ਉਹਨੂੰ ਫਲੋਰਾ ਕਹਿੰਦੇ ਆ, ਜੋ ਐਨੀਮਲ ਸਮੂਹ ਹੁੰਦਾ ਉਹਨੂੰ ਅਸੀਂ ਕੀ ਕਹਾਂਗੇ, ਫਲੋਰਾ ਕਹਾਂਗੇ। ਬਾਇਓਡਾਇਵਰਸਿਟੀ, ਹਰ ਇੱਕ ਇੰਡੀਵਿਜੂਅਲ ਐਨੀਮਲ ਪਲਾਂਟ ਯੂਨੀਕ ਹੈਗਾ। ਇਸ ਯੂਨੀਕਨੈਸ ਕਰਕੇ ਇੰਨੀ ਡਾਇਵਰਸਿਟੀ ਹੈਗੀ ਹੈ, ਬਾਇਓਡਾਇਵਰਸਿਟੀ ਆ। ਔਰ ਇਹ ਆਪਸ 'ਚ ਇਹਨਾਂ ਦੀ ਅਪੀਅਰੈਂਸ ਕਿਵੇਂ ਡਿਫਰ ਹੈਗੇ ਆ, ਅਪੀਅਰੈਂਸ, ਸਾਈਜ਼, ਕਲਰ ਦੇ ਅਕੋਰਡਿੰਗ, ਪੈਟਰਨ, ਇੰਟਰਨਲ ਸਟਰਕਚਰ, ਮੋਡ ਆਫ ਨਿਊਟ੍ਰੀਸ਼ਨ, ਬਿਹੇਵਰ ਔਰ ਹੈਬੀਟੇਟ, ਇਹਨਾਂ ਦੇ ਰਹਿਣ ਦਾ ਸਥਾਨ, ਕਿਵੇਂ ਭੋਜਨ ਲੈਂਦੇ ਆ, ਕਲਰ, ਬੋਡੀ। ਹਰ ਇੱਕ ਪਲਾਂਟ ਐਨੀਮਲ ਡਿਫਰੈਂਟ ਹੈਗਾ। ਦੈਟਸ ਵਾਈ ਸੋ ਮਚ ਬਾਇਓਡਾਇਵਰਸਿਟੀ ਇਜ਼ ਦੇਅਰ। ਦੈਨ ਟੈਕਸੋਨੋਮੀ। ਟੈਕਸੋਨੋਮੀ ਜੋ ਹੈ ਬਾਇਓਲੋਜੀਕਲ ਸਾਇੰਸ ਹੈ ਵਿਚ ਡੀਲਸ ਵਿਦ ਆਈਡੈਂਟੀ। ਇਹਦੇ ਨਾਲ ਅਸੀਂ ਔਰਗੈਨਿਜ਼ਮ ਦੀ ਪਹਿਚਾਣ ਕਰਦੇ ਹਾਂ। ਇਹ ਟੈਕਸੋਨੋਮਿਸਟ ਔਰ ਜਿਹੜਾ ਸਿਸਟਮੈਟਿਸਟ ਹੁੰਦਾ ਉਹ ਕੀ ਕਰੇਗਾ, ਸਾਇੰਟੀਫਿਕ ਨੇਮ ਪ੍ਰੋਵਾਈਡ ਕਰਦਾ ਹੈਗਾ, ਜਿਹਦੇ ਨਾਲ ਉਹ ਸਾਇੰਟੀਫਿਕ ਨੇਮ ਇੰਟਰਨੈਸ਼ਨਲ ਸਿਸਟਮ ਦੇ ਅਕੋਰਡਿੰਗ ਕਲੀਅਰ ਹੁੰਦੇ ਆ। ਪਰ ਕਾਮਨ ਨੇਮਸ ਜਿਹੜੇ ਰੀਜਨਲ ਹੁੰਦੇ ਆ, ਅਤੇ ਕਾਮਨ ਨੇਮਸ ਯੂਜ਼ ਕਰਨ ਨਾਲ ਸਮ ਡਿਸਐਡਵਾਂਟੇਜ ਹੈਗੇ ਆ। ਕਾਮਨ ਨੇਮਸ ਇੱਕ ਰੀਜ਼ਨ ਤੱਕ ਹੀ ਸੀਮਿਤ ਹੁੰਦੇ ਹੈਗੇ ਆ, ਕੋਈ ਹੋਰ ਉਹਨਾਂ ਨੂੰ ਸਮਝ ਨਹੀਂ ਸਕਦਾ ਇੰਟਰਨੈਸ਼ਨਲ ਲੈਵਲ 'ਤੇ। ਸਪੋਜ਼ ਐਗਜ਼ਾਮਪਲ ਦਿੰਦੇ ਹਾਂ, ਜਿਵੇਂ ਕੇਚੂਆ ਹੈਗਾ ਵਰਡ, ਉਹ ਅਰਥਵੋਮ ਅਤੇ ਐਸਕੈਰਿਸ ਦੋਨਾਂ ਲਈ ਯੂਜ਼ ਕੀਤਾ ਜਾਂਦਾ। ਤਾਂ ਇਹ ਨੇਮ ਮਤਲਬ ਯੂਨੀਵਰਸਲੀ ਅਪਲਾਈ ਨਹੀਂ ਹੁੰਦੇ ਹੈਗੇ। ਦੈਨ ਨੋਮਨਕਲੇਚਰ, ਹਰ ਇੱਕ ਇੰਡੀਵਿਜੂਅਲ ਨੂੰ ਦੋ ਨਾਮ ਦਿੱਤੇ ਦਿੰਦੇ ਆ। ਪਹਿਲਾ ਨਾਮ ਉਹਦੇ ਜੀਨਸ ਨੂੰ ਦੱਸਦਾ ਹੈਗਾ ਔਰ ਸੈਕਿੰਡ ਨੇਮ ਉਹਦੀ ਸਪੀਸੀਜ਼ ਨੂੰ। ਪਹਿਲਾਂ ਕੀ ਲਿਖਦੇ ਆ, ਫਸਟ ਨੇਮ ਜੀਨਸ, ਫਿਰ ਸਪੀਸੀਜ਼, ਠੀਕ ਹੈ। ਲਾਈਕ ਮੈਂ ਐਗਜ਼ਾਮਪਲ ਦਿੰਦੀ ਹਾਂ, ਜਿਸ ਤਰ੍ਹਾਂ ਰੈਨਾ, ਟਗਰੀਨਾ, ਟੈਗਰੀਨਾ। ਤਾਂ ਇਹ ਕੀ ਹੈ, ਉਹਦੀ ਫਰੋਗ ਦੀ, ਠੀਕ ਹੈ। ਪਹਿਲਾ ਰੈਨਾ ਮੀਨਸ ਜੀਨਸ, ਟਿਗਰੀਨਾ ਮੀਨਸ ਉਹਦੀ ਸਪੀਸੀਜ਼। ਤਾਂ ਇੱਦਾਂ ਬਾਇਓ ਨੋਮਨਕਲੇਚਰ ਚੱਲਦਾ ਹੈਗਾ, ਰੂਲਸ ਹੈਗੇ ਇਹਦੇ ਲਈ ਇੰਟਰਨੈਸ਼ਨਲ ਕੋਡ ਦੇ ਅਕੋਰਡਿੰਗ। ਤਾਂ ਪਹਿਲਾ ਨਾਮ ਕਿਹਨੂੰ ਦੱਸੇਗਾ, ਜੀਨਸ ਨੂੰ, ਐਂਡ ਸੈਕਿੰਡ ਨੇਮ ਉਸ ਔਰਗੈਨਿਜ਼ਮ ਦੀ ਸਪੀਸੀਜ਼ ਨੂੰ ਦੱਸੇਗਾ, ਐਂਡ ਇਜ਼ ਨੋਟ ਸ਼ੇਅਰਡ ਵਿਦ ਐਨੀ ਅਦਰ ਜੀਨਸ, ਠੀਕ ਹੈ। ਕਿਸੇ ਹੋਰ ਜੀਨਸ ਲਈ ਉਹ ਸਪੀਸੀਜ਼ ਦਾ ਨਾਮ ਨਹੀਂ ਹੋ ਸਕਦਾ। ਤਾਂ ਇਹ ਸਾਇੰਟੀਫਿਕ ਜਿਹੜੇ ਨੇਮਸ ਹੈਗੇ ਰੂਲਸ ਦੇ ਅਕੋਰਡਿੰਗ, ਜੋ ਕਿ ਬਾਇਓਨੋਮਨਕਲੇਚਰ ਲਈ ਅਪਣਾਏ ਗਏ ਹੈਗੇ ਆ, ਉਹਨਾਂ ਦੇ ਰੂਲਸ ਦੇ ਅਕੋਰਡਿੰਗ ਰੱਖੇ ਜਾਂਦੇ ਹੈਗੇ। ਸਾਇੰਟੀਫਿਕ ਨੇਮ ਦੇ ਫਾਇਦੇ ਕੀ ਆ, ਇਹ ਯੂਨੀਕ ਹੁੰਦੇ ਆ, ਈਜ਼ੀਲੀ ਥਰੂ ਆਊਟ ਵਰਡ, ਠੀਕ ਹੈ, ਅੰਡਰਸਟੂਡ ਹੁੰਦੇ ਆ, ਡਿਸਕ੍ਰਿਪਟਿਵ ਹੋਣਗੇ, ਐਂਡ ਇਹ ਔਰਗੈਨਿਜ਼ਮ ਦੇ ਇੰਪੋਰਟੈਂਟ ਕਰੈਕਟਰਿਸਟਿਕਸ ਨੂੰ ਵੀ ਐਕਸਪਲੇਨ ਕਰਦੇ ਆ। ਮੀਨਸ ਅੰਡਰਸਟੂਡ ਐਂਡ ਵੀ ਕੈਨ ਰਿਕੋਗਨਾਈਜ਼ ਦੀ ਔਰਗੈਨਿਜ਼ਮ ਫਰੋਮ ਵਿਚ ਕਲਾਸ, ਆਰਡਰ, ਫਾਈਲਮ ਦੇ ਬਿਲੋਂਗ। ਸਾਇੰਟੀਫਿਕ ਨੇਮਸ ਜਿਹੜੇ ਹੈਗੇ ਆ ਹਮੇਸ਼ਾ ਲੈਟਿਨ ਲੈਂਗੁਏਜ ਹੁੰਦੇ ਆ, ਕਿਉਂਕਿ ਪਹਿਲਾਂ ਦੇ ਟਾਈਮ 'ਚ ਜਿਹੜੀ ਸੀਗੀ ਲੈਟਿਨ ਭਾਸ਼ਾ ਯੂਜ਼ ਕੀਤੀ ਜਾਂਦੀ ਸੀ ਸਕਾਲਰਸ ਦੁਆਰਾ। ਔਰ ਇਹ ਪ੍ਰਿਸਾਈਜ਼, ਯੂਨੀਫਾਰਮ, ਈਜ਼ਲੀ ਅੰਡਰਸਟੈਂਡੇਬਲ ਹੁੰਦੇ ਆ ਫੋਰ ਦੀ ਇਨਵੈਸਟੀਗੇਟਰਸ। ਅਤੇ ਅੱਜ ਕੱਲ੍ਹ ਫਾਰਮਲ ਸਿਸਟਮ 'ਚ ਲੈਟਿਨ ਨੇਮ ਹੀ ਯੂਜ਼ ਕਰਦੇ ਹੈਗੇ ਆ। ਸਾਇੰਟੀਫਿਕ ਨੇਮਸ ਨੂੰ ਲਿਖਣ ਦੇ ਕੀ ਰੂਲ ਹੈ, ਸਭ ਤੋਂ ਪਹਿਲਾਂ ਲੈਟਿਨ ਲੈਂਗੁਏਜ ਯੂਜ਼ ਕਰਨੀ ਹੈ। ਤਾਂ ਪਹਿਲਾਂ ਅਸੀਂ ਕੀ ਕਿਹਾ ਹੈਗਾ, ਜੀਨਸ ਲਿਖਦੇ ਹਾਂ, ਫਿਰ ਕੀ ਲਿਖਦੇ ਹਾਂ, ਸਪੀਸੀਜ਼। ਤਾਂ ਫਸਟ ਲੈਟਰ ਜੋ ਹੈ ਕੈਪੀਟਲ ਹੋਣਾ ਚਾਹੀਦਾ, ਬਾਕੀ ਸਾਰੇ ਲੈਟਰ ਛੋਟੇ ਹੋ ਸਕਦੇ ਆ। ਔਰ ਇਟਾਲਿਕ ਲੈਂਗੁਏਜ ਇੱਦਾਂ ਟੇਢੀ ਲਿਖੀ ਜਾਂਦੀ ਹੈ, ਇਟਾਲਿਕ, ਜੀਨਸ ਟੇਢਾ ਕਰਕੇ, ਠੀਕ ਹੈ। ਦੇ ਔਰ ਹੈਂਡ ਰਿਟਨ, ਜਿਵੇਂ ਹੋਮੋਸੇਪੀਅਨ, ਹੋਮੋ ਮੀਨਸ ਹਿਊਮਨ ਬੀਇੰਗ, ਸੇਪੀਅਨ, ਠੀਕ ਹੈ, ਹਿਊਮਨ ਬੀਇੰਗ ਲਈ ਯੂਜ਼ ਕੀਤਾ ਜਾਂਦਾ। ਲੋਇਨ ਲਈ ਪੈਂਥਰਾ, ਲੀਓ। ਪੈਂਥਰਾ ਇਜ਼ ਜੀਨਸ, ਲੀਓ ਇਜ਼ ਸਪੀਸੀਜ਼। ਹੋਮੋ ਜੀਨਸ ਹੋ ਗਿਆ, ਸੇਪੀਅਨ ਇਹਨਾਂ ਦੀ ਸਪੀਸੀਜ਼ ਹੋ ਗਈ। ਤਾਂ ਜੀਨਸ ਅਤੇ ਸਪੀਸੀਜ਼ ਦੋਨੋਂ ਲਿਖੇ ਜਾਂਦੇ ਆ। ਕਿਨੇ ਬਾਇਨੋਮੀਅਲ ਨੋਮਨਕਲੇਚਰ ਦੀ ਡਿਵੈਲਪਮੈਂਟ ਕਿਵੇਂ ਹੋਈ, ਸਭ ਤੋਂ ਪਹਿਲਾਂ ਕਾਰਲਸ ਲੀਨੀਅਸ ਨੇ ਆਪਣੀ ਬੁੱਕ ਸਪੀਸੀਜ਼ ਪਲੈਂਟਰਮ ਦੇ ਵਿੱਚ, ਠੀਕ ਹੈ, ਇਹਨੂੰ ਬਾਇਨੋਮੀਅਲ ਸਿਸਟਮ ਨੂੰ ਦਰਜ ਕੀਤਾ।
ਔਰ ਉਸ ਨੂੰ ਫਾਦਰ ਆਫ ਟੈਕਸੋਨੋਮੀ ਵੀ ਕਿਹਾ ਜਾਂਦਾ ਹੈਗਾ। ਤਾਂ ਇਸ ਤਰ੍ਹਾਂ ਬਾਈਨੋਮੀਅਲ ਸਿਸਟਮ ਆਫ ਨੋਮਨਕਲੇਚਰ ਜਾਂ ਸਿਸਟਮ ਆਫ ਕਲਾਸੀਫਿਕੇਸ਼ਨ ਦੀ ਸ਼ੁਰੂ ਹੋਈ। ਬੁੱਕ ਦਾ ਕੀ ਨਾਮ ਸੀ? ਸਪੀਸੀਜ਼ ਪਲਾਂਟਰਮ। ਇਹਨੂੰ ਫਾਦਰ ਆਫ ਟੈਕਸੋਨੋਮੀ ਕਾਰਲਸ ਲੀਨੀਅਸ ਨੂੰ ਕਿਹਾ ਜਾਂਦਾ ਹੈਗਾ। ਇਹਨੇ ਬਾਈਨੋਮੀਅਲ ਸਿਸਟਮ ਦੇ ਦਿੱਤਾ। ਦੈਨ ਕਲਾਸੀਫਿਕੇਸ਼ਨ, ਡਾਇਵਰਸਿਟੀ, ਲਿਵਿੰਗ ਆਰਗੈਨਿਜ਼ਮ ਦੇ ਇੰਨੀ ਡਾਇਵਰਸਿਟੀ ਹੈਗੀ ਆ, ਇਹਨਾਂ ਨੂੰ ਅਰੇਂਜ ਕੀਤਾ ਗਿਆ ਅਕੋਰਡਿੰਗ ਸਿਸਟਮੈਟਿਕ ਮੈਨਰਸ ਦੇ ਨਾਲ, ਤਾਂ ਕਿ ਜਿਨ੍ਹਾਂ 'ਚ ਸਿਮਿਲੈਰਿਟੀ ਆ ਅਤੇ ਡਿਫਰੈਂਸਿਸ ਦੇ ਅਕੋਰਡਿੰਗ ਇਹਨਾਂ ਨੂੰ ਅਲੱਗ-ਅਲੱਗ ਗਰੁੱਪਾਂ 'ਚ ਰੱਖਿਆ ਗਿਆ ਹੈਗਾ। ਜਿਨ੍ਹਾਂ 'ਚ ਸਿਮਿਲਰ ਕਰੈਕਟਰਿਸਟਿਕਸ ਹੋਣਗੇ ਉਹਨਾਂ ਨੂੰ ਸੇਮ ਗਰੁੱਪ 'ਚ, ਜਿਨ੍ਹਾਂ ਨੂੰ ਡਿਫਰੈਂਟ ਹੈ ਠੀਕ ਹੈ ਉਹਨਾਂ ਨੂੰ ਹੋਰ ਗਰੁੱਪ 'ਚ ਰੱਖਿਆ। ਇਸ ਦੀ ਇੰਪੋਰਟੈਂਸ ਕੀ ਹੈਗੀ ਆ? ਇਹਦੇ ਨਾਲ ਲਿਵਿੰਗ ਆਰਗੈਨਿਜ਼ਮ ਦੀ ਜਿਹੜੀ ਸਟੱਡੀ ਆ ਉਹ ਵਾਈਡ ਈਜ਼ੀ ਹੋ ਗਈ। ਔਰ ਕਈ ਪਿਕਚਰਸ ਪ੍ਰੋਜੈਕਟਸ ਬਿਫੋਰ ਅਸ ਏ ਪਿਕਚਰ ਆਫ ਆਲ ਲਾਈਫ, ਇਹਦੇ ਨਾਲ ਸਾਨੂੰ ਸਾਰੀ ਲਾਈਫ ਦਾ ਪਤਾ ਲੱਗਦਾ ਹੈਗਾ। ਇੱਕ ਆਰਗੈਨਿਜ਼ਮ ਦੀ ਦੂਸਰੇ ਗਰੁੱਪ ਦੇ ਨਾਲ ਕੀ ਇੰਟਰ ਰਿਲੇਸ਼ਨਸ਼ਿਪ ਹੈਗੀ ਆ ਜਾਂ ਡਿਵੈਲਪਮੈਂਟ ਕਿਵੇਂ ਹੋਈ, ਇੱਦਾਂ ਦੀਆਂ ਦੀ ਇੰਪੋਰਟੈਂਸ ਦਾ ਪਤਾ ਲੱਗਦਾ ਹੈਗਾ। ਅਤੇ ਐਵੋਲੂਸ਼ਨ ਦਾ ਕਲਾਸੀਫਿਕੇਸ਼ਨ ਨਾਲ ਕੀ ਰਿਲੇਸ਼ਨਸ਼ਿਪ ਹੈਗਾ? ਐਵੋਲੂਸ਼ਨ ਜਿਹੜਾ ਸੀਗਾ ਡਾਰਵਿਨ ਨੇ ਦਿੱਤਾ ਫਸਟ, ਠੀਕ ਹੈ। ਉਹਦੀ ਸਭ ਤੋਂ ਪਹਿਲੀ ਬੁੱਕ ਸੀ ਡਾਰਵਿਨ ਦੀ ਓਰੀਜਨ ਆਫ ਸਪੀਸੀਜ਼। ਅਤੇ ਇਹਦੇ ਵਿੱਚ ਦੀ ਮੋਸਟ ਲਾਈਫ ਦੈਟ ਵੀ ਸੀ ਟੂਡੇਜ਼, ਤਾਂ ਅਸੀਂ ਕਹਿ ਸਕਦੇ ਹਾਂ ਜਿਹੜੀ ਹੁਣ ਲਾਈਫ ਹੈ ਉਹ ਪਹਿਲਾਂ ਦੀ ਲਾਈਫ ਤੋਂ ਅਰਾਈਜ਼ ਹੋਈ। ਜਿਹੜੀ ਆਲਰੇਡੀ ਲਾਈਫ ਸੀ ਉਸ ਤੋਂ ਹੀ ਪੋਜੈਸਿੰਗ ਦੈਮ ਸਰਵਾਈਵ ਬੈਟਰ, ਜਿਹੜੇ ਬੈਟਰ ਸਰਵਾਈਵ ਕਰਕੇ ਉਹ ਤੋਂ ਅੱਗੇ ਡਿਵੈਲਪਮੈਂਟ ਹੋ ਕੇ ਨਵੀਆਂ ਸਪੀਸੀਜ਼ ਬਣੀਆਂ। ਤਾਂ ਇਹਨੇ ਆਪਣੀ ਓਰੀਜਨ ਆਫ ਸਪੀਸੀਜ਼ ਐਵੋਲੂਸ਼ਨ, ਠੀਕ ਹੈ, ਡਾਰਵਿਨ ਦੁਆਰਾ ਲਿਖੀ ਗਈ ਬੁੱਕ ਦੇ ਵਿੱਚ ਦਰਜ ਹੈ। ਐਵੋਲੂਸ਼ਨ ਅਤੇ ਕਲਾਸੀਫਿਕੇਸ਼ਨ 'ਚ ਕੀ ਕਨੈਕਸ਼ਨ ਹੈਗਾ? ਦੇਖੋ, ਜਿਨ੍ਹਾਂ ਦੀ ਬਾਡੀ ਸਿੰਪਲ ਹੋਏਗੀ ਉਹਨਾਂ ਨੂੰ ਅਸੀਂ ਸਿੰਪਲ, ਠੀਕ ਹੈ, ਪਹਿਲਾਂ ਸ਼ੁਰੂ 'ਚ ਗਰੁੱਪਾਂ 'ਚ ਰੱਖਿਆ। ਉਦੋਂ ਬਾਅਦ ਜਿਵੇਂ ਜਿਵੇਂ ਬਾਡੀ ਦਾ ਡਿਜ਼ਾਈਨ ਚੇਂਜ ਹੁੰਦਾ ਗਿਆ, ਕੰਪਲੈਕਸ ਹੋ ਗਿਆ, ਉਹਨਾਂ ਨੂੰ ਅਸੀਂ ਹਾਇਰ ਗਰੁੱਪ 'ਚ ਰੱਖਿਆ, ਠੀਕ ਹੈ। ਜਿਨ੍ਹਾਂ ਦੀ ਸਿੰਪਲ ਬਾਡੀ ਆ ਉਹਨਾਂ ਨੂੰ ਲੋਅਰ ਗਰੁੱਪਸ 'ਚ ਰੱਖਿਆ। ਉਦੋਂ ਬਾਅਦ ਜਿਵੇਂ ਜਿਵੇਂ ਡਿਵੈਲਪਮੈਂਟ ਹੁੰਦੀ ਗਈ ਤਾਂ ਕੰਪਲੈਕਸ ਆਰਗੈਨਿਜ਼ਮ ਨੂੰ ਹਾਇਰ ਗਰੁੱਪਸ 'ਚ ਰੱਖਿਆ। ਤਾਂ ਇੱਦਾਂ ਅਸੀਂ ਜਦੋਂ ਗਰੁੱਪਿੰਗ ਕਰ ਲਈ ਉਹਨਾਂ ਦੀ, ਤਾਂ ਸਟੱਡੀ ਕਰ ਸਕਦੇ ਹਾਂ ਨਾ ਕਿ ਐਵੋਲੂਸ਼ਨ ਸਿੰਪਲ ਟੂ ਕੰਪਲੈਕਸ ਆਰਗੈਨਿਜ਼ਮ ਬਣੇ। ਤਾਂ ਕਲਾਸੀਫਿਕੇਸ਼ਨ ਦੇ ਅਤੇ ਐਵੋਲੂਸ਼ਨ, ਕਲਾਸੀਫਿਕੇਸ਼ਨ ਕਰਨ ਦੇ ਨਾਲ, ਗਰੁੱਪਿੰਗ ਕਰਨ ਦੇ ਨਾਲ ਐਵੋਲੂਸ਼ਨ ਦਾ ਵੀ ਪਤਾ ਚੱਲਦਾ ਹੈਗਾ ਵੀ ਕਿਵੇਂ ਹੋਇਆ ਐਵੋਲੂਸ਼ਨ। ਔਰ ਬੇਸਿਸ ਆਫ ਕਲਾਸੀਫਿਕੇਸ਼ਨ, ਸਭ ਤੋਂ ਪਹਿਲਾਂ ਐਚ ਵਿਟਕਰ ਨੇ ਜੋ ਹੈ ਕਲਾਸੀਫਿਕੇਸ਼ਨ ਐਨੀਮਲਸ ਜਾਂ ਪਲਾਂਟਸ ਨੂੰ 5 ਕਿੰਗਡਮ ਕਲਾਸੀਫਿਕੇਸ਼ਨ ਕਿਸ ਨੇ ਦਿੱਤੀ? ਵਿਟਕਰ ਨੇ। ਇਸ ਨੇ ਆਰਗੈਨਿਜ਼ਮ ਨੂੰ 3 ਲੈਵਲ 'ਚ ਵੰਡਿਆ, ਪ੍ਰੋਕੈਰੀਓਟਿਕ ਜਿਨ੍ਹਾਂ ਐਂਡ ਯੂਕੈਰੀਓਟਿਕ। ਪ੍ਰੋਕੈਰੀਓਟਿਕ ਜਿਨ੍ਹਾਂ ਦੇ ਵਿੱਚ ਨਿਊਕਲੀਅਰ ਮੈਂਬਰੇਨ ਨਹੀਂ ਸੀ, ਯੂਕੈਰੀਓਟਿਕ ਵਿਦ ਨਿਊਕਲੀਅਰ ਮੈਂਬਰੇਨ, ਯੂਨੀਸੈਲੂਲਰ ਅਤੇ ਮਲਟੀ ਸੈਲੂਲਰ, ਠੀਕ ਹੈ, ਜਾਂ ਮਲਟੀ ਨਿਊਕਲੀਏਟ। ਔਰ ਮੋਡ ਆਫ 3 ਢੰਗਾਂ ਨਾਲ ਇਹਨੇ ਪ੍ਰੋਕੈਰੀਓਟਿਕ ਔਰ ਯੂਕੈਰੀਓਟਿਕ, ਦੈਨ ਯੂਨੀਸੈਲੂਲਰ, ਮਲਟੀ ਸੈਲੂਲਰ। ਮੋਡ ਆਫ ਨਿਊਟ੍ਰੀਸ਼ਨ ਕਿ ਉਹ ਆਟੋਟ੍ਰੋਫਿਕ ਹੈ, ਕਿ ਉਹ ਇੰਜੈਸ਼ਨ, ਅਬਜ਼ੋਰਪਸ਼ਨ ਜਾਂ ਇੰਜੈਸਟ ਕਰਦੇ ਹੈਗੇ ਆ ਫੂਡ ਨੂੰ, ਕਿੱਦਾਂ ਮੋਡ ਆਫ ਨਿਊਟ੍ਰੀਸ਼ਨ ਹੈਗਾ। ਤਾਂ ਇਸ ਦੇ ਅਕੋਰਡਿੰਗ ਇਹਨੇ 5 ਸਿਸਟਮ ਕਲਾਸੀਫਿਕੇਸ਼ਨ ਦਿੱਤੀ, ਕਿਹਨੇ? ਵਿਟਕਰ ਨੇ। ਕਿਵੇਂ ਅਸੀਂ ਹਾਇਰੈਰਕੀ ਆਫ ਦੀ ਕਲਾਸੀਫਿਕੇਸ਼ਨ ਗਰੁੱਪਸ, ਇਹਨੂੰ ਯਾਦ ਕਰਨ ਦਾ ਢੰਗ ਕੀ ਹੈਗਾ? ਇੱਥੋਂ ਕੇ ਪੀ ਸੀ ਓ ਐਫ ਜੀ ਐਸ, ਇੱਦਾਂ ਕਰਕੇ ਐਫ ਜੀ ਐਸ ਕੀ ਪੀ ਸੀ ਓ ਐਫ ਜੀ ਐਸ, ਠੀਕ ਹੈ, 2 ਵਾਰੀ ਐਫ ਜੀ ਐਸ ਪੀ ਸੀ ਓ ਕੀ, ਠੀਕ ਹੈ, ਇੱਦਾਂ ਯਾਦ ਕਰ ਸਕਦੇ ਹੋ। ਕਿੰਗਡਮ, ਡਿਵੀਜ਼ਨ, ਪਹਿਲਾਂ ਸਪੀਸੀਜ਼ ਹੋਏਗੀ ਉਹ ਤੋਂ ਜੀਨਸ ਬਣੇਗਾ, ਜੀਨਸ ਮਿਲ ਕੇ ਫੈਮਿਲੀ, ਫੈਮਿਲੀ ਤੋਂ ਆਰਡਰ, ਕਲਾਸ, ਡਿਵੀਜ਼ਨ, ਫਿਰ ਇੱਕ ਕਿੰਗਡਮ ਬਣਦਾ, ਪਲਾਂਟ ਕਿੰਗਡਮ ਐਂਡ ਐਨੀਮਲ ਕਿੰਗਡਮ। ਲੈਟਸ ਸਟੱਡੀ ਸਪੀਸੀਜ਼ ਕੀ ਆ? ਗਰੁੱਪ ਆਫ ਇੰਡੀਵਿਜੂਅਲ ਹੈ ਜਿਹੜੇ ਮਾਰਫੋਲੋਜੀਕਲੀ, ਸਟਰਕਚਰਲੀ ਸੇਮ ਹੈਗੇ ਆ, ਵਿਚ ਆਰ ਏਬਲ ਟੂ ਬਰੀਡ ਦੈਮਸੈਲਫ, ਜਿਹੜੇ ਇੱਕ ਦੂਜੇ ਨਾਲ ਰੀਪਰੋਡਕਸ਼ਨ ਕਰ ਸਕਦੇ ਆ ਅਤੇ ਆਫ ਸਪਰਿੰਗ ਪ੍ਰੋਡਿਊਸ ਕਰਦੇ ਹੈਗੇ ਆ। ਦੇ ਰਿਜ਼ੈਂਬਲ ਦੀ ਸਪੀਸੀਜ਼, ਇਹ ਫੰਕਸ਼ਨਲੀ ਐਂਡ ਸਟਰਕਚਰਲੀ ਉਸੇ ਤਰ੍ਹਾਂ ਦੀ ਸਪੀਸੀਜ਼ ਨਾਲ ਰਿਜ਼ੈਂਬਲ ਕਰਦੇ ਆ। ਜੀਨਸ ਕੀ ਹੋਏਗਾ? ਸਪੀਸੀਜ਼ ਦਾ ਗਰੁੱਪ ਹੋਏਗਾ ਜਿਹਦੇ ਵਿੱਚ ਮਤਲਬ ਡਿਫਰੈਂਟ ਹੈਵ ਲੈਸ ਕਰੈਕਟਰਿਸਟਿਕ ਇਨ ਕੋਮਨ ਐਜ਼ ਕੰਪੇਅਰਡ। ਜੀਨਸ ਦੇ ਵਿੱਚ ਬਹੁਤ ਸਾਰੀਆਂ ਸਪੀਸੀਜ਼ ਹੋ ਸਕਦੀਆਂ ਹੈਗੀਆਂ ਜਿਹੜੇ ਕਿ ਇੱਕ ਦੂਸਰੇ ਨਾਲ
ਮਤਲਬ ਘੱਟ ਰਿਜ਼ੈਂਬਲ ਕਰਦੇ ਆ। ਤਾਂ ਇਹ ਰਿਪਰੋਡਕਟਿਵਲੀ ਔਰਗਨਸ ਇਹਨਾਂ ਦੇ ਆਇਡੈਂਟੀਕਲ ਹੁੰਦੇ ਆ। ਫਿਰ ਫੈਮਿਲੀ ਗਰੁੱਪ ਆਫ ਜੀਨਸ ਜੈਨਰਾ ਮਿਲ ਕੇ ਕੀ ਬਣਾਉਂਦੇ ਹੈਗੇ ਆ, ਫੈਮਲੀਜ਼ ਬਣਾਉਂਦੇ ਹੈਗੇ ਆ। ਦੈਨ ਆਰਡਰ, ਫੈਮਲੀਜ਼ ਮਿਲ ਕੇ ਕੀ ਬਣਾਉਣਗੀਆਂ, ਆਰਡਰ। ਫਿਰ ਆਰਡਰ ਤੋਂ ਕਿਆ ਬਣੇਗੀ, ਕਲਾਸ। ਕਲਾਸ ਤੋਂ ਕੀ ਬਣਦੇ ਆ, ਫਾਈਲਮ। ਫਾਈਲਮ ਮਿਲ ਕੇ ਕਿਆ ਬਣਾਉਂਦੇ ਹੈਗੇ ਆ, ਕਾਮਨ, ਜਿਨ੍ਹਾਂ ਦੇ ਕਾਮਨ ਕਰੈਕਟਰਿਸਟਿਕਸ ਹੁੰਦੇ ਆ। ਕਿੰਗਡਮ ਬਣੇਗਾ, ਦੋ ਤਰ੍ਹਾਂ ਦੇ ਕਿੰਗਡਮ ਹੁੰਦੇ ਆ, ਪਲਾਂਟ ਐਂਡ ਐਨੀਮਲ ਕਿੰਗਡਮ। ਲੈਟਸ ਸਟੱਡੀ। ਇਹ ਫਲੋ ਚਾਰਟ ਹੈਗਾ ਆਰਗੇਨਿਜ਼ਮ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ। ਪ੍ਰੋਕੈਰੀਓਟਿਕ 'ਚ ਜਿਵੇਂ ਯੂਨੀਸੈਲੂਲਰ ਮੋਨਰਾਜ਼ ਆ ਜਾਣਗੇ। ਯੂਕੈਰੀਓਟਿਕ ਵਿਦ ਨਿਊਕਲੀਅਰ ਮੈਂਬਰੇਨ। ਇਸ 'ਚ ਯੂਨੀਸੈਲੂਲਰ, ਮਲਟੀਸੈਲੂਲਰ। ਯੂਨੀਸੈਲੂਲਰ 'ਚ ਪ੍ਰੋਟਿਸਟਾ, ਮਲਟੀਸੈਲੂਲਰ 'ਚ ਵਿਦ ਸੈੱਲ ਵਾਲ ਔਰ ਵਿਦਾਊਟ ਸੈੱਲ ਵਾਲ ਐਨੀਮਲਸ। ਠੀਕ ਹੈ, ਵਿਦ ਸੈੱਲ ਵਾਲ ਪਲਾਂਟਸ ਆ ਗਏ ਜਿਹੜੇ ਫੋਟੋਸਿੰਥੇਸਿਸ ਕਰਦੇ ਆ, ਕੁਝ ਕੁ ਨਹੀਂ ਕਰਦੇ ਜਿਵੇਂ ਫੰਜਾਈ, ਅਤੇ ਜਿਹੜੇ ਫੋਟੋਸਿੰਥੇਸਿਸ ਕਰਦੇ ਆ ਪਲਾਂਟਸ। ਤਾਂ ਇਹ ਕੀ ਆ, ਅਸੀਂ ਆਰਗੇਨਿਜ਼ਮ ਨੂੰ ਦਾ ਫਲੋ ਸ਼ੀਟ ਡਾਇਗਰਾਮ ਹੈ, ਯੂ ਕੈਨ ਆਲਸੋ ਮੇਕ ਯੂਅਰ ਓਨ। ਲੈਟਸ ਸਟੱਡੀ ਕਿ 5 ਕਿੰਗਡਮਸ ਕਿਹੜੇ ਕਿਹੜੇ ਹੈਗੇ ਆ, ਮੋਨਰਾ, ਪ੍ਰੋਟਿਸਟਾ, ਫੰਜਾਈ, ਪਲੈਂਟੀ ਐਂਡ ਐਨੀਮੇਲੀਆ। ਸਭ ਤੋਂ ਪਹਿਲਾਂ ਅਸੀਂ ਮੋਨਰਾ ਪੜ੍ਹਨ ਲੱਗੇ ਹੈਗੇ ਆ। ਐਜ਼ ਸ਼ੋਨ ਇਨ ਦੀ ਫਿਗਰ, ਇਹ ਬੈਕਟੀਰੀਆ, ਵਾਇਰਸ ਦਿਖਾਏ ਹੈਗੇ ਆ। ਐਨਾਬੀਨਾ ਜਿਹੜਾ ਨਾਈਟ੍ਰੋਜਨ ਨੂੰ ਫਿਕਸ ਕਰਦਾ ਹੈਗਾ। ਇਹ ਇੱਕ ਸੈੱਲੇ ਹੈਗੇ ਆ, ਵਨ। ਇਹਦੇ ਵਿੱਚ ਕੋਈ ਵੀ ਮੈਂਬਰੇਨ ਨਹੀਂ ਹੈਗੀ ਔਰ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। ਇਹ ਸਪਲਿਟਿੰਗ ਦੇ ਨਾਲ, ਠੀਕ ਹੈ, 1-2 'ਚ ਟੁੱਟ ਕੇ ਇੱਦਾਂ ਇਹ ਆਪਣੀ ਜਨਰੇਸ਼ਨ ਚਲਾਉਂਦੇ ਆ। ਬੋਡੀ ਤੋਂ ਨਿਊਟਰੀਐਂਟਸ ਆਊਟਸਾਈਡ ਲੈਂਦੇ ਆ ਬਾਈ ਅਬਜ਼ੋਰਪਸ਼ਨ, ਔਰ ਇਹਨਾਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ। ਪਰ ਕਈ, ਜਿਵੇਂ ਐਨਾਬੀਨਾ ਹੈਗਾ, ਇਹ ਨਾਈਟ੍ਰੋਜਨ ਫਿਕਸੇਸ਼ਨ ਕਰਦਾ ਹੈਗਾ। ਤਾਂ ਇਹ ਬੈਕਟੀਰੀਆ ਐਨਾਬੀਨਾ ਦਿਖਾਏ ਹੈਗੇ, ਮੋਨਰਾ 'ਚ ਆਉਂਦੇ ਹੈਗੇ। ਯੂਨੀਸੈਲੂਲਰ ਹੈਗੇ ਆ, ਡਿਵੀਜ਼ਨ ਨਾਲ ਇਹਨਾਂ ਦੀ ਰੀਪਰੋਡਕਸ਼ਨ ਹੋਏਗੀ। ਪ੍ਰੋਟਿਸਟਾ 'ਚ ਸਾਡੇ ਜਿਵੇਂ ਪੈਰਾਮੀਸ਼ੀਅਮ, ਅਮੀਬਾ, ਜੁਗਲੀਨਾ, ਇਹ ਯੂਨੀਸੈਲੂਲਰ ਹੁੰਦੇ ਆ। ਨਿਊਕਲੀਅਰ ਮੈਂਬਰੇਨ ਹੋਏਗੀ ਔਰ ਅਬਜ਼ੋਰਪਸ਼ਨ ਕਰਦੇ ਆ ਨਿਊਟਰੀਐਂਟਸ ਦੀ। ਠੀਕ ਹੈ, ਆਪਣਾ ਸਰਾਊਂਡਿੰਗ ਵਾਟਰ ਤੋਂ ਨਿਊਟਰੀਐਂਟਸ ਲੈਣਗੇ। ਸਪਲਿਟਿੰਗ ਦੇ ਨਾਲ ਬਾਈਨਰੀ ਫਿਜ਼ਨ ਨਾਲ ਰੀਪਰੋਡਕਸ਼ਨ ਹੋਏਗੀ। ਪੈਰਾਮੀਸ਼ੀਅਮ ਐਂਡ ਅਮੀਬਾ, ਯੂਗਲੀਨਾ, ਇਹ ਸਾਰੇ ਕਲਾਈਡੋਮੋਨਾਸ, ਇਹ ਸਾਰੇ ਕੀ ਆ, ਪ੍ਰੋਟਿਸਟਾਸ ਹੋ ਗਏ। ਦੈਨ ਫੰਜਾਈ, ਇਹ ਕੀ ਹੁੰਦੇ ਆ, ਹੈਟਰੋਟ੍ਰੋਪਿਕ। ਯੂਕੈਰੀਓਟਿਕਸ ਹੈਗੇ ਆ, ਨਿਊਕਲੀਅਰ ਮੈਂਬਰੇਨ ਹੋਏਗੀ। ਨਰਿਸ਼ਮੈਂਟ ਕੀ ਹੈ, ਬਾਈ ਅਬਜ਼ੋਰਪਸ਼ਨ ਲੈਂਦੇ ਆ। ਸੈਪਰੋਫਾਈਟਸ ਹੋਣਗੇ, ਕਿਸੇ ਹੋਰ ਤੋਂ ਨਿਊਟ੍ਰੀਸ਼ਨ ਲੈਂਦੇ ਆ, ਤਾਂ ਕਰਕੇ ਇਹਨਾਂ ਨੂੰ ਹੈਟਰੋਟ੍ਰੋਪਿਕਸ ਕਹਿੰਦੇ ਆ। ਸੈੱਲ ਵਾਲ ਜਿਹੜੀ ਹੈ ਕਾਈਟਿਨ ਦੀ ਬਣੀ ਹੁੰਦੀ ਆ। ਇਹ ਐਲਗੀ ਐਂਡ ਫੰਜਾਈ ਮਿਲ ਕੇ ਲਾਈਕਨਸ ਬਣਾਉਂਦੇ ਆ, ਲਾਈਕ ਮਾਈਕਰੋਰਾਈਜ਼ਾ। ਅਤੇ ਇਹ ਮਲਟੀ ਸੈਲੂਲਰ ਹੋ ਸਕਦੇ ਆ, ਜਿਵੇਂ ਜੀਸਟ, ਮਸ਼ਰੂਮ ਐਂਡ ਰਾਈਜੋਪਸ। ਦੀਜ਼ ਆਰ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾਉਂਦੇ, ਇਹਨਾਂ ਨੂੰ ਕੀ ਕਹਿੰਦੇ ਆ, ਫੰਜਾਈ। ਦੈਨ ਪਲਾਂਟਸ ਆ ਗਏ, ਪਲੈਂਟੀ। ਪਲਾਂਟਸ 'ਚ ਮਲਟੀ ਸੈਲੂਲਰ ਔਰਗੈਨਿਜ਼ਮ ਹੁੰਦੇ ਆ, ਜਿਵੇਂ ਕੁਛ ਕੁ ਐਲਗਾ। ਯੂਕੈਰੀਓਟਿਕ ਸੈੱਲ ਵਾਲ ਜਿਹੜੀ ਹੈਗੀ ਸੈਲੂਲੋਜ਼ ਦੀ ਬਣੀ ਹੋਏਗੀ। ਆਟੋਟ੍ਰੋਫਿਕ ਹੈ ਤਾਂ ਫੋਟੋਸਿੰਥੇਸਿਸ ਕਰਨਗੇ। ਗਰੋਥ ਇਨ ਪਲਾਂਟਸ ਇਜ਼, ਇਹ ਗਰੋਇੰਗ ਟਿਪ ਤੋਂ ਗਰੋ ਕਰਦੇ ਆ। ਪਲਾਂਟਸ 2 ਤਰ੍ਹਾਂ ਦੇ ਹੁੰਦੇ ਆ, ਜਿਨ੍ਹਾਂ ਦੀ ਬਾਡੀ ਡਿਫਰੈਂਸ਼ੀਏਟਡ ਹੁੰਦੀ ਹੈ, ਰੂਟ, ਸਟੈਮ ਵਗੈਰਾ 'ਚ। ਠੀਕ ਹੈ, ਔਰ ਕਈ ਪਲਾਂਟਸ ਆ ਜਿਨ੍ਹਾਂ ਦੀ ਬਾਡੀ ਥੈਲਸ ਲਾਈਕ ਹੁੰਦੀ ਹੈ, ਥੈਲੋਫਾਈਟਾ। ਔਰ ਕਈਆਂ 'ਚ ਵੈਸਕੂਲਰ ਜ਼ਾਈਲਮ ਫਲੋਇਮ ਹੁੰਦਾ, ਅਤੇ ਕਈ ਕੀ ਆ, ਵੈਸਕੂਲਰ ਟਿਸ਼ੂ ਤੋਂ ਬਿਨਾਂ ਹੁੰਦੇ ਆ। ਜਿਨ੍ਹਾਂ 'ਚ ਵੈਸਕੂਲਰ ਟਿਸ਼ੂ ਨਹੀਂ ਹੁੰਦਾ, ਜ਼ਾਈਲਮ ਫਲੋਇਮ, ਉਹ ਬਰਾਇਓਫਾਈਟਾ ਹੋ ਗਏ। ਔਰ ਅੱਗੇ ਜਿਨ੍ਹਾਂ 'ਚ ਜ਼ਾਈਲਮ ਫਲੋਇਮ, ਵੈਸਕੂਲਰ ਟਿਸ਼ੂਜ਼ ਹੁੰਦੇ ਆ, ਉਹਨਾਂ ਦੇ ਵਿੱਚ ਸੀਡਸ ਵਾਲੇ ਔਰ ਬਿਨਾਂ ਸੀਡਸ ਵਾਲੇ। ਠੀਕ ਹੈ, ਟਰੀਡੋਫਾਈਟਾ ਆ ਗਏ। ਔਰ ਜਿਨ੍ਹਾਂ 'ਚ ਸੀਡਸ ਹੁੰਦੇ ਆ, ਉਹਨਾਂ ਨੂੰ ਫਿਨੈਰੋਗੈਮੀ ਕਹਿੰਦੇ ਆ। ਇਸ 'ਚ 2 ਤਰ੍ਹਾਂ ਦੇ, ਜਿਮਨੋਸਪਰਮ ਐਂਡ ਐਂਜੀਓਸਪਰਮ। ਜਿਮਨੋਸਪਰਮ 'ਚ ਸੀਡਸ ਤਾਂ ਹੋਣਗੇ ਪਰ ਉਹ ਕਵਰਡ ਨਹੀਂ ਹੋਣਗੇ। ਠੀਕ ਹੈ, ਐਂਜੀਓਸਪਰਮ 'ਚ ਫਰੂਟਸ ਦੇ ਇਨਸਾਈਡ ਦੇ ਆਰ ਮਤਲਬ ਕਵਰਡ ਹੁੰਦੇ ਆ। ਜਿਮਨੋਸਪਰਮ 'ਚ ਨੇਕਡ ਹੁੰਦੇ ਆ। ਉਦੋਂ ਬਾਅਦ ਕਿਵੇਂ ਇਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਗਿਆ, ਅਕੋਰਡਿੰਗ ਟੂ ਵੀ ਪਲਾਂਟਸ ਦੀ ਬਾਡੀ ਜਿਹੜੀ ਹੈਗੀ, ਲੀਫ, ਸਟੈਮ, ਰੂਟਸ ਵਗੈਰਾ, ਫਲਾਵਰ 'ਚ ਡਿਵਾਈਡਡ ਹੈਗੀ ਆ। ਜਾਂ ਸੈਕਿੰਡ ਵੈਸਕੂਲਰ ਬੰਡਲ ਹੈਗਾ, ਇਹਨਾਂ ਦੇ ਵਿੱਚ ਜ਼ਾਈਲਮ ਫॉर ਦੀ ਵਾਟਰ ਐਂਡ ਫਲੋਇੰਗ ਫॉर ਦੀ ਫੂਡ ਟਰਾਂਸਪੋਰਟੇਸ਼ਨ। ਇਹਨਾਂ ਦੇ ਬੇਸਿਸ 'ਤੇ ਇਹਨਾਂ ਨੂੰ ਪਲਾਂਟ ਕਿੰਗਡਮ ਨੂੰ ਅਸੀਂ ਅੱਗੇ ਡਿਵਾਈਡ ਕੀਤਾ ਹੈਗਾ। ਜਾਂ ਸੀਡਸ ਦਾ ਸਪੋਰ ਬਣਾਉਂਦੇ ਆ, ਜਿਨ੍ਹਾਂ 'ਚ ਸੀਡਸ ਬਣਨਗੇ, ਬੀਜ ਬਣਨਗੇ, ਉਹਨਾਂ ਨੂੰ ਫਨੈਰੋਗੈਮੀ ਕਹਿੰਦੇ ਆ। ਇਹ ਐਂਬਰੀਓ ਜਿਹੜਾ ਹੈਗਾ
ਐਂਬਰੀਓ ਸੀਡ ਦੇ ਵਿੱਚ ਹੋਏਗਾ, ਉਹਦੇ ਵਿੱਚ ਫੂਡ ਸਟੋਰੇਜ ਹੁੰਦਾ, ਮਲਟੀ ਸੈਲੂਲਰ। ਕ੍ਰਿਪਟੋਗੈਮੀ 'ਚ ਜਿਹੜੇ ਸਪੋਰ ਪ੍ਰੋਡਿਊਸ ਕਰਦੇ ਹੈਗੇ ਆ, ਤਾਂ ਇਹਨਾਂ 'ਚ ਐਂਬਰੀਓ ਕੀ ਹੁੰਦਾ, ਐਕਸਪੋਜ਼ ਹੁੰਦਾ, ਨੇਕਡ ਹੁੰਦਾ। ਐਂਜੀਓ ਅੱਗੇ ਸੀਡਸ ਜਿਨ੍ਹਾਂ ਦੇ ਫਰੂਟ ਦੇ ਵਿੱਚ ਹੁੰਦੇ ਆ, ਤਾਂ ਐਂਜੀਓਸਪਰਮ ਦੇ ਵਿੱਚ ਫਲਾਵਰ ਹੋਣਗੇ, ਉਹਨਾਂ ਤੋਂ ਫਰੂਟ ਬਣਦੇ ਆ, ਫਰਟੀਲਾਈਜੇਸ਼ਨ ਹੋਏਗੀ। ਜਿਮਨੋਸਪਰਮ ਦੇ ਵਿੱਚ ਸੀਡਸ ਤਾਂ ਹੁੰਦੇ ਆ ਪਰ ਇਹਨਾਂ 'ਤੇ ਫਲਾਵਰਸ ਨਹੀਂ ਹੁੰਦੇ, ਠੀਕ ਹੈ। ਥੈਲੋਫਾਈਟਾ ਜਿਹੜੀ ਇਹਨਾਂ ਦੀ ਬੋਡੀ ਹੈ, ਥੈਲੋਫਾਈਟਾ ਦੀ ਨੋਟ ਡਿਫਰੈਂਸ਼ੀਏਟਡ ਨਹੀਂ ਹੁੰਦੀ, ਰੂਟ ਸਟੈਮ ਲੀਫ ਦੇ ਵਿੱਚ ਮਰੀਨ ਵਾਟਰ ਅਤੇ ਫਰੈਸ਼ ਵਾਟਰ ਦੋਨੋਂ ਹੋ ਸਕਦੇ ਆ, ਅਤੇ ਸੌਫਟ ਹੁੰਦੇ ਆ। ਟਿਸ਼ੂ ਫॉर ਦੀ ਕੰਡਕਸ਼ਨ, ਮਕੈਨੀਕਲ ਸਟਰੈਂਥ ਨਹੀਂ ਹੁੰਦੀ, ਮਿਊਸੀਲੇਜ਼ ਕਵਰਿੰਗ ਨਾਲ ਢਕੇ ਹੁੰਦੇ ਆ। ਇਹ ਰੀਪਰੋਡਿਊਸ ਵੈਜੀਟੇਟਿਵ ਐਂਡ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਆ। ਐਲਗਾ ਆਰ ਦੀ ਐਗਜ਼ਾਮਪਲ ਆਫ ਦਿਸ ਡਿਵੀਜ਼ਨ। ਇਹ ਕਿਹੜੇ ਸੀਗੇ ਸਾਡੇ, ਥੈਲੋਫਾਈਟਾ, ਬੋਡੀਜ਼ ਲਾਈਕ ਦੀ ਥੈਲਸ। ਦੈਨ ਬਰਾਇਓਫਾਈਟਾ, ਬਰਾਇਓਫਾਈਟਾ ਦੀ ਜਿਹੜੀ ਬੋਡੀ ਆ ਉਹ ਰੂਟ ਸਟੈਮ ਲੀਫ 'ਚ ਡਿਫਰੈਂਸ਼ੀਏਟਡ ਹੁੰਦੀ ਆ। ਇਹਦੇ ਵਿੱਚ ਕੰਡਕਟਿੰਗ ਟਿਸ਼ੂ ਜਾਈਲਮ ਫਲੋਇਮ ਨਹੀਂ ਹੁੰਦੇ। ਇਹਨਾਂ ਨੂੰ ਅੰਫੀਬੀਅਨਸ ਵੀ ਕਿਹਾ ਜਾਂਦਾ, ਪਲਾਂਟ ਕਿੰਗਡਮ ਦੇ। ਰੀਪਰੋਡਕਸ਼ਨ ਵੈਜੀਟੇਟਿਵ ਵੀ ਹੋ ਸਕਦੀ ਹੈ, ਸੈਕਸ਼ੂਅਲ ਰੀਪਰੋਡਕਸ਼ਨ ਵੀ ਹੁੰਦੀ ਹੈ, ਜਿਵੇਂ ਫੁਨੇਰੀਆ, ਰਿਸਕੀਆ ਐਂਡ ਰਿਕਸ਼ੀਆ ਐਂਡ ਮਾਰਕੈਂਸ਼ੀਆ ਦੇ ਵਿੱਚ। ਦੀਜ਼ ਆਰ ਦੀ ਬਰਾਇਓਫਾਈਟਾ ਬੋਡੀਜ਼ ਡਿਫਰੈਂਸ਼ੀਏਟਡ ਇਨਟੂ ਲੀਫ ਸਟੈਮ। ਦੈਨ ਟਰੀਡੋਫਾਈਟਾ, ਇਹਦੀ ਬੋਡੀ ਜੋ ਹੈ ਲੀਫ ਸਟੈਮ ਐਂਡ ਰੂਟਸ 'ਚ ਡਿਫਰੈਂਸ਼ੀਏਟਡ ਹੁੰਦੀ ਆ। ਹੁਣ ਦੇਖੋ ਟਰੀਡੋਫਾਈਟਾ 'ਚ ਜ਼ਾਈਲਮ ਐਂਡ ਫਲੋਇਮ ਵੀ ਡਿਵੈਲਪ ਹੋ ਗਏ, ਤਾਂ ਬਰਾਇਓਫਾਈਟਾ 'ਚ ਨਹੀਂ ਸੀ। ਕੰਡਕਟਿਵ ਟਿਸ਼ੂ ਜੋ ਵੈਸਕੂਲਰ ਟਿਸ਼ੂ ਹੁੰਦੇ ਆ ਉਹ ਅਰਾਈਜ਼ ਹੋ ਗਏ। ਆਲ ਅਬਵ ਡਿਸਕਸ ਪਲਾਂਟ ਡਸ ਨੋਟ, ਇਹਨਾਂ 'ਚ ਸੀਡਸ ਨਹੀਂ ਹੁੰਦੇ ਪਰ ਇਹਨਾਂ ਦੇ ਪੱਤਿਆਂ ਦੇ ਉੱਤੇ ਕੀ ਲੱਗੇ ਹੁੰਦੇ ਆ, ਸਪੋਰਸ ਲੱਗੇ ਹੁੰਦੇ ਆ, ਤਾਂ ਕਰਕੇ ਇਹਨਾਂ ਨੂੰ ਕ੍ਰਿਪਟੋਗੈਮਸ ਕਹਿੰਦੇ ਆ। ਰੀਪਰੋਡਕਸ਼ਨ ਵਾਟਰ ਦੇ ਥਰੂ ਹੋਏਗੀ। ਡਾਇਓਟੈਰਿਸ, ਮਾਰਸ਼ੀਲੀਆ, ਸਲੈਜੀਨੈਲਾ ਇਹਦੀਆਂ ਐਗਜ਼ਾਮਪਲ ਹੈਗੀਆਂ। ਕਿਹਦੀਆਂ ਐਗਜ਼ਾਮਪਲਸ ਹੈਗੀਆਂ, ਟਰੀਡੋਫਾਈਟਾ ਦੀਆਂ। ਦੈਨ ਜਿਮਨੋਸਪਰਮ, ਜਿਮਨੋਸਪਰਮ ਜਿਹੜੇ ਹੈਗੇ ਆ ਇਹ ਪੁਰਾਣੇ ਹੈ, ਸਿੰਪਲ ਸੀਡਸ ਹੁੰਦੇ ਆ, ਮਤਲਬ ਬਹੁਤ ਟਾਈਮ ਤੋਂ ਚੱਲ ਰਹੇ ਆ, ਓਲਡੈਸਟ ਪਲਾਂਟ ਯੂ ਕੈਨ ਸੇ। ਦੀਜ਼ ਪਲਾਂਟਸ, ਇਹਨਾਂ ਦੇ ਸੀਡਸ ਜਿਹੜੇ ਨੇਕਡ ਹੁੰਦੇ ਆ, ਮਤਲਬ ਫਰੂਟਸ ਦੇ ਵਿੱਚ ਨਹੀਂ ਹੁੰਦੇ। ਪਰੀਨੀਅਲ ਸਦਾਬਹਾਰ, ਐਵਰਗ੍ਰੀਨ ਔਰ ਵੁੱਡੀ ਟਰੰਕ ਹੁੰਦਾ, ਇਹਨਾਂ 'ਤੇ ਕੋਨਸ ਲੱਗੀਆਂ ਹੁੰਦੀਆਂ। ਜ਼ਾਈਲਮ ਦੇ ਵਿੱਚ ਵੈਸਲਸ ਨਹੀਂ ਹੁੰਦੀਆਂ ਔਰ ਫਲੋਇਮ ਦੇ ਵਿੱਚ ਕੰਪੇਨੀਅਨ ਸੈਲਸ ਨਹੀਂ ਹੁੰਦੇ। ਜਿਮਨੋਸਪਰਮਸ ਸਾਈਕੇਡ, ਸਾਈਕਸ, ਕੋਨੀਫਰਸ, ਪਾਈਨਸ ਇਸ 'ਚ ਡਿਵਾਈਡਡ ਹੁੰਦੇ ਆ। ਦੈਨ ਐਂਜੀਓਸਪਰਮ, ਇਹ ਹਾਈਲੀ ਡਿਵੈਲਪਡ ਹੈਗੇ ਆ। ਦੇ ਪ੍ਰੋਡਿਊਸ ਦੀ ਫਰੂਟ ਦੇ ਵਿੱਚ ਸੀਡਸ ਹੋਣਗੇ, ਫਲਾਵਰ, ਇਸ ਕਰਕੇ ਇਹਨਾਂ ਨੂੰ ਫਲਾਵਰਿੰਗ ਪਲਾਂਟ ਵੀ ਕਹਿੰਦੇ ਆ। ਕੋਟੀਲੀਡਨਸ ਹੁੰਦੇ ਆ ਸੀਡਸ 'ਤੇ, ਠੀਕ ਹੈ, ਜਿਹੜੇ ਕਿ ਜਰਮੀਨੇਸ਼ਨ 'ਚ ਹੈਲਪ ਕਰਦੇ ਆ। 2 ਕਲਾਸਿਸ 'ਚ ਡਿਵਾਈਡਡ ਹੁੰਦੇ ਆ, ਮੋਨੋਕੋਟ ਐਂਡ ਡਾਈਕੋਟ। ਡਾਈਕੋਟੀਲੀਡਨ 'ਚ ਸੀਡਸ 'ਤੇ 2 ਕੋਟੀਲੀਡਨਸ ਹੋਣਗੇ, ਪੋਡਸ, ਠੀਕ ਹੈ। ਦੀ ਸੀਡਸ ਫਲੈਸ਼ੀ ਲੀਵਸ ਹੁੰਦੇ ਆ ਜਿਨ੍ਹਾਂ ਨੂੰ ਕੋਟੀਲੀਡਨਸ ਕਹਿੰਦੇ ਆ। ਉਹਨਾਂ ਦੇ ਵਿਚਕਾਰ ਕੀ ਹੁੰਦਾ, ਐਂਬਰੀਓ ਹੁੰਦਾ। ਇਹਦੇ ਵਿੱਚ ਲੀਫ ਦੀ ਵਿਨੇਸ਼ਨ ਕਿੱਦਾਂ ਦੀ ਹੋਏਗੀ, ਰੈਟੀਕੂਲੇਟ, ਮੀਨਸ ਇੱਦਾਂ ਕਰਕੇ ਫਰਦਰ ਡਿਵਾਈਡ। ਜਿਨ੍ਹਾਂ ਦੀ ਰੈਟੀਕੂਲੇਟ ਵਿਨੇਸ਼ਨ ਹੁੰਦੀ ਆ ਉਹਨਾਂ ਦੇ ਵਿੱਚ ਕੀ ਹੁੰਦੀ ਆ, ਟੈਪ ਰੂਟ, ਐਜ਼ ਯੂ ਸਟੱਡੀ ਇਨ ਦੀ 6th ਕਲਾਸ। ਅਗਰ ਫਲਾਵਰ ਦੇ ਇਹਦੇ 'ਚ ਦੇਖੀਏ ਅਸੀਂ 5 ਦੀ ਗਰੁੱਪਿੰਗ ਹੈਗੀ ਆ, 1 2 3 4 5 ਦਾ ਮਤਲਬ ਇੱਕ ਸਰਕਲ ਬਣਿਆ ਹੁੰਦਾ ਪੈਟਲਸ ਦਾ। ਵੈਸਕੂਲਰ ਬੰਡਲ ਵੀ ਰਿੰਗ ਦੇ ਫੋਮ 'ਚ ਅਰੇਂਜ ਹੁੰਦੇ ਆ, ਜਿਵੇਂ ਮਟਰ, ਪਟੈਟੋ, ਸਨਫਲਾਵਰ ਆਦਿ। ਇਹ ਕੀ ਹੋ ਗਏ, ਡਾਈਕੋਟਸ। ਦੈਨ ਮੋਨੋਕੋਟਸ, ਜਿਵੇਂ ਵੀਟ, ਮੇਜ਼ ਹੈ, ਰਾਈਸ ਹੈ, ਇੱਕੋ ਹੀ ਕੋਟੀਲੀਡਨਸ ਹੁੰਦਾ, ਅਨੀਅਨ ਵਗੈਰਾ, ਠੀਕ ਹੈ। ਓਨਲੀ 1 ਕੋਟੀਲੀਡਨਸ। ਇਹਨਾਂ ਦੇ ਵਿੱਚ ਪੈਰਲਲ ਵਿਨੇਸ਼ਨ ਹੋਏਗੀ, ਜਿਨ੍ਹਾਂ 'ਚ ਪੈਰਲਲ ਵਿਨੇਸ਼ਨ ਹੁੰਦੀ ਹੈ ਫਾਈਬਰਸ ਰੂਟਸ ਹੋਣਗੀਆਂ। ਔਰ ਪੈਟਲਸ ਕੀ ਹੈ, 3 ਦੀ ਗਰੁੱਪਿੰਗਸ 'ਚ ਹੈਗੇ ਆ। ਔਰ ਵੈਸਕੂਲਰ ਬੰਡਲ ਸਕੈਟਰਡ ਹੁੰਦੇ ਆ ਔਰ ਕਲੋਜ਼ ਹੁੰਦੇ ਹੈਗੇ ਆ। ਦੈਨ ਐਨੀਮਲ ਕਿੰਗਡਮ, ਦਿਸ ਇਜ਼ ਨੋਨ ਐਜ਼ ਦੀ ਫੋਨਾ। ਸੋ ਮੈਨੀ ਕਿੰਗਡਮ, ਐਨੀਮਲਸ ਜਿਹੜੇ ਹੈਗੇ ਆ ਇਹਨਾਂ 'ਚ ਸੈੱਲ ਵਾਲ ਨਹੀਂ ਹੁੰਦੀ, ਹੈਟਰੋਟ੍ਰੋਫਿਕ ਹੁੰਦੇ ਆ। ਯੂਕੈਰੀਓਟਿਕ ਹੋਣਗੇ, ਨਿਊਕਲੀਅਰ ਮੈਂਬਰੇਨ ਹੋਏਗੀ। ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਹੋਏਗਾ ਔਰ ਇਹਨਾਂ ਦੀ ਗਰੋਥ ਲਿਮਿਟਡ ਹੁੰਦੀ ਹੈ। ਮੈਚਿਓਰਟੀ ਤੋਂ ਬਾਅਦ ਇਹਨਾਂ ਦੀ ਗਰੋਥ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਕਲਾਸੀਫਿਕੇਸ਼ਨ ਇਹਨਾਂ ਦੀ ਕਿਸ ਢੰਗ ਨਾਲ ਕੀਤੀ ਗਈ ਆ, ਅਕੋਰਡਿੰਗ ਟੂ ਸਿਮਿਟਰੀ। ਬਾਈਲੇਟਰਲ ਸਿਮਿਟਰੀ ਦਾ ਮੀਨਸ ਕੀ ਹੈਗਾ, ਕੋਈ ਔਰਗਨਿਜ਼ਮ ਹੈਗਾ, ਅਸੀਂ ਉਹਨੂੰ ਇੱਦਾਂ ਵਰਟੀਕਲੀ
ਬਰਾਬਰ ਦੇ ਹਿੱਸਿਆਂ 'ਚ ਕੱਟ ਸਕੀਏ। ਸੌਰੀ, ਇੱਦਾਂ ਕੋਈ ਆਰਗੇਨਿਜ਼ਮ ਹੈ ਉਹਨੂੰ ਇੱਦਾਂ ਬਰਾਬਰ ਦੇ 2 ਹਿੱਸਿਆਂ 'ਚ ਮਿਰਰ ਇਮੇਜ ਬਣੇ ਇੱਕ ਸਿੰਗਲ ਲਾਈਨ ਨਾਲ ਹੀ ਕੱਟ ਸਕੀਏ। ਰੇਡੀਅਲ ਸਿਮਟਰੀ ਜਿਹੜੀ ਸੈਂਟਰ ਦੇ ਅਰਾਊਂਡ ਉਹਨੂੰ ਕਿਤੋਂ ਵੀ ਕੱਟੀਏ ਤਾਂ ਬਰਾਬਰ ਦੇ ਹਿੱਸੇ ਬਣਨ, ਠੀਕ ਹੈ। ਜਿਵੇਂ ਇੱਕ ਸਾਈਕਲ ਦੇ ਵਿੱਚ ਵੀਲਸ ਦੇ ਵਿੱਚ ਉਹ ਹੁੰਦੀਆਂ ਸਪੋਕਸ ਹੁੰਦੀਆਂ। ਦੈਨ ਜਰਮਸ ਲੇਅਰ, 3 ਟ੍ਰਿਪਲੋਬਲਾਸਟਿਕ ਦਾ ਮੀਨਸ ਕੀ ਹੁੰਦਾ, 3 ਜਰਮਸ ਲੇਅਰ ਤੋਂ। ਐਕਟੋਡਰਮ ਸਭ ਤੋਂ ਬਾਹਰਲੀ ਲੇਅਰ ਜਿੱਥੋਂ ਨੇਲ ਹੇਅਰ ਤੇ ਐਪੀਡਰਮਿਸ ਬਣਦੀ ਹੈ। ਐਂਡੋਡਰਮ ਸਭ ਤੋਂ ਅੰਦਰਲੀ ਲੇਅਰ ਸਕਿਨ ਦੀ ਜਿਸ ਤੋਂ ਸਾਡੀ ਸਟਮਕ, ਕੋਲਨ, ਯੂਰਿਨਰੀ ਬਲੈਡਰ ਬਣ ਰਿਹਾ। ਔਰ ਮੀਜ਼ੋਡਰਮ ਜਿਹੜੀ ਦੋਨਾਂ ਲੇਅਰਸ ਦੇ ਵਿਚਕਾਰ ਹੁੰਦੀ ਹੈ, ਇਹ ਤੋਂ ਬੋਨਸ, ਕਾਰਟਿਲੇਜ ਵਗੈਰਾ ਬਣਦੀਆਂ ਹੈਗੀਆਂ। ਤਾਂ ਇਹਨਾਂ ਐਨੀਮਲਸ ਜਿਨ੍ਹਾਂ 'ਚ 2 ਲੇਅਰਸ ਹੋਣ ਉਹਨਾਂ ਨੂੰ ਡਿਪਲੋਬਲਾਸਟਿਕ ਕਹਿੰਦੇ ਆ, ਜਿਨ੍ਹਾਂ 'ਚ 3 ਲੇਅਰਸ ਹੋਣ, ਜਰਮਸ ਲੇਅਰ ਹੋਣ, ਉਹਨਾਂ ਨੂੰ ਟ੍ਰਿਪਲੋਬਲਾਸਟਿਕ ਕਹਿੰਦੇ ਹੈਗੇ। ਦੈਨ ਸਿਲੋਮ ਜਿਨ੍ਹਾਂ ਦੇ ਵਿੱਚ ਬੋਡੀ ਕੈਵਿਟੀ ਹੋਵੇ, ਠੀਕ ਹੈ, ਉਹਦੇ ਵਿੱਚ ਵੇਰੀਅਸ ਔਰਗਨ ਹੋਵੇ। ਜਿਵੇਂ ਸਾਡਾ ਹਾਰਟ ਹੈ, ਕੰਟਰੈਕਟ ਐਂਡ ਰਿਲੈਕਸ ਕਰਦਾ ਹੈਗਾ, ਉਹਦੇ ਵਿੱਚ ਐਮਪਟੀ ਸਪੇਸ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਸਿਲੋਮ ਕਹਿੰਦੇ ਹੈਗੇ ਆ। ਇਹ ਸਿਲੋਮੇਟ ਦਾ ਮੀਨਸ ਜਿਹਦੇ ਵਿੱਚ ਕੋਈ ਵੀ ਕੈਵਿਟੀ ਨਹੀਂ ਹੈਗੀ, ਟੋਟਲੀ ਫਿਲਡ ਹੋਣ। ਸਿਲੋਮੇਟ ਜਿਨ੍ਹਾਂ ਦੇ ਇਨਸਾਈਡ ਟਰੂ ਬੋਡੀ ਕੈਵਿਟੀ ਹੋਵੇ ਅਤੇ ਮੀਜ਼ੋਡਰਮ ਨਾਲ ਲਾਈਨਡ ਹੋਵੇ, ਇਹਨਾਂ ਨੂੰ ਅੱਗੇ ਸ਼ਾਈਜੋ ਸਿਲੋਮੇਟ ਐਂਡ ਪ੍ਰੋਟੋਸਟੋਮਸ ਕਹਿੰਦੇ ਆ। ਮੀਜ਼ੋਡਰਮ ਦੇ ਮਤਲਬ ਸਪਲਿਟਿੰਗ ਦੇ ਨਾਲ ਬਣਦੀ ਹੈਗੀ ਆ। ਔਰ ਇੰਟੈਰੋ ਸਿਲੋਮ ਇਹਨਾਂ ਨਾ ਕਰੋ। ਸਿਡੋਸਿਲੋਮ ਜਿਨ੍ਹਾਂ 'ਚ ਹੈ ਪਾਊਚਸ ਆਫ ਮੀਜ਼ੋਡਰਮ ਸਕੈਟਰਡ ਬਿਟਵੀਨ ਦੀ ਐਂਡੋਡਰਮ, ਠੀਕ ਹੈ। ਮੀਜ਼ੋਡਰਮ ਦੀਆਂ ਪਾਊਚਸ ਹੋਣ ਜਗ੍ਹਾ ਜਗ੍ਹਾ 'ਤੇ ਸਕੈਟਰਡ, ਬਸ ਸਿਲੋਮੇਟ ਅਤੇ ਸਿਲੋਮੇਟ ਕਰ ਲਓ, ਬੋਡੀ ਕੈਵਿਟੀ ਹੋਏਗੀ। ਨੋਟੋਕੋਡ ਰੋਡ ਲਾਈਕ ਸਟਰਕਚਰ ਹੁੰਦੀ ਹੈ ਜਿਹੜੀ ਨਰਵਸ ਟਿਸ਼ੂ ਅਤੇ ਸਪਾਈਨਲ ਕੋਡ ਦੇ ਵਿਚਕਾਰ ਹੁੰਦੀ ਹੈ। ਇਹਦੇ ਨਾਲ ਮਸਲਸ ਅਟੈਚ ਹੁੰਦੇ ਆ ਨੋਟੋਕੋਡ ਦੇ ਨਾਲ ਤਾਂ ਕਿ ਮੂਵਮੈਂਟਸ ਈਜ਼ੀ ਹੋ ਸਕਣ। ਹੁਣ ਅੱਗੇ ਨੋਟੋਕੋਡ ਦੇ ਅਕੋਰਡਿੰਗ ਵਰਟੀਬ੍ਰੇਟਸ ਐਂਡ ਨੋਨ ਵਰਟੀਬ੍ਰੇਟਸ, ਵਿਦ ਨੋਟੋਕੋਡ, ਵਿਦਾਊਟ ਨੋਟੋਕੋਡ, ਔਰ ਜਿਨ੍ਹਾਂ ਦੇ ਵਿੱਚ ਸ਼ੁਰੂ 'ਚ ਨੋਟੋਕੋਡ ਹੁੰਦੀ ਹੈ ਬਾਅਦ 'ਚੋਂ ਵਰਟੀਬਰਲ ਕਾਲਮ 'ਚ ਡਿਵੈਲਪ ਹੋ ਜਾਂਦੀ ਹੈ। ਇਨਵਰਟੀਬ੍ਰੇਟਸ ਜਿਨ੍ਹਾਂ 'ਚ ਨੋਨ ਕੋਡੇਟਾ ਸਪਾਈਨਲ ਵਰਟੀਬਰਲ ਕਾਲਮ ਨਹੀਂ ਹੁੰਦੀ, ਔਰ ਵਰਟੀਬ੍ਰੇਟਾ 'ਚ ਕੋਡੇਟ। ਅੱਗੇ ਇਹਨਾਂ ਦੀ ਪੋਰੀਫੇਰਾ, ਨਾਈਡੇਰੀਆ ਐਂਡ ਸਿਲੋਮ ਵਾਲੇ ਨੋ ਬੋਡੀ ਕੈਵਿਟੀ ਅਤੇ ਬੋਡੀ ਕੈਵਿਟੀ ਵਾਲਿਆਂ 'ਚ ਇਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਹੋਇਆ, ਜਿਵੇਂ ਪਲੈਟੀ, ਹੈਲਮਿਨਥਸਿਸ, ਨਿਮੈਟੋਡ, ਸਿਲੋਮ ਜਿਨ੍ਹਾਂ 'ਚ ਬੋਡੀ ਕੈਵਿਟੀ ਹੋਏਗੀ। ਐਨੀਲੀਡਾ, ਆਰਥਰੋਪੋਡਾ, ਮਲਸਕਾ, ਇਕਾਨੋਡਰਮੇਟਾ ਜਿਨ੍ਹਾਂ 'ਚ ਵਰਟੀਬਰਲ ਕਾਲਮ ਹੋਏਗੀ ਲਾਈਕ ਫਿਸ਼ਿਜ਼, ਐਮਫੀਬੀਅਮ, ਰੈਪਟਾਈਲ, ਏਵੀਜ਼, ਮੈਮਲਸ। ਅੱਗੇ ਪਾਈਸਿਸ, ਕਾਰਟਿਲੇਜਨਸ ਐਂਡ ਬੋਨੀ ਫਿਸ਼ਿਜ਼। ਇਹ ਐਨੀਮਲ ਕਿੰਗਡਮ ਦਾ ਫਲੋ ਚਾਰਟ ਹੈ। ਲੈਟਸ ਸਟੱਡੀ 1 by 1। ਪੋਰੀਫੇਰਾ ਜੋ ਬੋਡੀ ਆ ਇਹਨਾਂ ਦੀ ਪੋਰਸ ਹੁੰਦੇ ਆ ਬੋਡੀ 'ਤੇ, ਕੁਐਟਿਕ ਹੁੰਦੀ ਆ। ਸੈਡੈਂਟਰੀ ਮੀਨਸ ਜਮੀ ਇੱਕ ਜਗ੍ਹਾ ਫਿਕਸ ਹੁੰਦੀ ਆ, ਨੋਨ ਮੋਟਾਈਲ, ਚੱਲ ਫਿਰ ਨਹੀਂ ਸਕਦੀਆਂ। ਸੈਲੂਲਰ ਲੈਵਲ ਹੁੰਦਾ ਅਤੇ ਇਹ ਬਾਹਰੋਂ ਕੀ ਆ, ਹਾਰਡ ਹੁੰਦੀਆਂ। ਇਹਦੇ ਵਿੱਚ ਕਨਾਲਸ ਬਣੀਆਂ ਹੁੰਦੀਆਂ, ਛੋਟੀਆਂ ਛੋਟੀਆਂ ਪਾਈਪਾਂ ਜਿਹਦੇ ਰਾਹੀਂ ਫੂਡ ਐਂਡ ਗੈਸਿਸ ਐਕਸਚੇਂਜ ਹੋਏਗਾ। ਜਿਵੇਂ ਐਗਜ਼ਾਮਪਲ ਸਪੋਂਚੀਨੈਲਾ ਐਂਡ ਸਾਈਕੋਨਸ ਆਰ ਦੀ ਐਗਜ਼ਾਮਪਲ। ਦੈਨ ਸਿਲੰਟਰੇਟਾ, ਸਿਲੰਟਰੇਟਾ ਦੇ ਵਿੱਚ ਟਿਸ਼ੂ ਲੈਵਲ ਹੁੰਦਾ। ਇਹਨਾਂ ਦੀ ਬੋਡੀ ਨੂੰ ਸਿਲੋਮ ਕਹਿੰਦੇ ਆ, ਤਾਂ ਕਰਕੇ ਇਹਨਾਂ ਦਾ ਨਾਮ ਸਿਲੰਟਰੇਟ ਹੈ। ਇਹ ਇਕੱਲੇ ਵੀ ਰਹਿੰਦੇ ਆ, ਕਲੋਨੀ ਬਣਾ ਕੇ ਵੀ ਰਹਿੰਦੇ ਆ। ਇਹਨਾਂ ਦੇ ਸਟਿੰਗ ਸੈਲਸ ਹੁੰਦੇ ਆ, ਠੀਕ ਹੈ, ਜਿਨ੍ਹਾਂ ਤਾਂ ਹੀ ਉਹਨਾਂ ਨੂੰ ਨਾਈਡੋਬਲਾਸਟ ਕਹਿੰਦੇ ਆ। ਇਸ ਕਰਕੇ ਇਸ ਸਿਲੰਟਰੇਟਾ ਨੂੰ ਨਾਈਡੇਰੀਆ ਵੀ ਕਹਿੰਦੇ ਆ। ਜਿਵੇਂ ਟੈਂਟੇਕਲਸ ਹੁੰਦੇ ਨਾ ਹਾਈਡਰਾ ਦੇ ਉੱਤੇ, ਸੈਂਸਰੀ ਸੈਲਸ ਲੱਗੇ ਹੁੰਦੇ ਆ, ਟੱਚ ਕਰੋ ਤਾਂ ਕਰੰਟ ਪ੍ਰੋਡਿਊਸ ਹੁੰਦਾ ਹੈਗਾ, ਠੀਕ ਹੈ। ਕੋਈ ਵੀ ਪ੍ਰੇ ਉਹਦੇ ਕੋਲ ਆਉਂਦਾ ਹੈਗਾ। ਓਬੀਲੀਆ, ਫਾਈਜ਼ੇਲੀਆ, ਜੈਲੀਫਿਸ਼ ਨੂੰ ਫਾਈਜ਼ੇਲੀਆ ਕਹਿੰਦੇ ਆ, ਹਾਈਡਰਾ, ਇਹ ਸਾਰੇ ਕੀ ਆ, ਸਿਲੰਟਰੇਟ। ਬੋਡੀ ਦੇ ਵਿੱਚ ਸਿਲੋਮ ਹੋਏਗਾ। ਦੈਨ ਪਲੈਟੀ ਹੈਲਮਿਨਥਸਿਸ, ਇਹਨਾਂ ਦੀ ਬੋਡੀ ਬਾਈਲੇਟਰਲ ਸਿਮਿਟਰੀ ਦਾ ਮੀਨਸ ਇੱਕ ਲਾਈਨ ਰਾਹੀਂ ਅਸੀਂ ਇਹਨੂੰ ਬਰਾਬਰ ਦੇ 2 ਹਿੱਸਿਆਂ 'ਚ ਕੱਟ ਸਕਦੇ ਹਾਂ। ਔਰ ਟ੍ਰਿਪਲੋਬਲਾਸਟਿਕ 3 ਜਰਮਸ ਲੇਅਰ ਹੋਣਗੀਆਂ। ਡੋਰਸੋ ਵੈਂਟਰੀ ਫਲੈਟਨਡ ਹੈ, ਇਸ ਕਰਕੇ ਇਹਨਾਂ ਨੂੰ ਫਲੈਟ ਵੋਮ ਵੀ ਕਹਿੰਦੇ ਆ। ਫ੍ਰੀ ਲਿਵਿੰਗ ਹੁੰਦੇ ਆ, ਕਿਸੇ ਦੀ ਬੋਡੀ ਤੋਂ ਪੈਰਾਸਾਈਟ ਲਾਈਕ ਲੀਵਰ, ਫਲੂਕ, ਪਲਨੇਰੀਆ, ਔਰ ਟਿਸ਼ੂ ਲੈਵਲ ਹੋਏਗਾ। ਇਹਦੇ ਵਿੱਚ ਕੋਈ ਵੀ ਬੋਡੀ ਕੈਵਿਟੀ ਨਹੀਂ ਹੋਏਗੀ, ਠੀਕ ਹੈ। ਪਲੈਟੀ ਹੈਲਮਿਨਥਸਿਸ, ਫਲੈਟ ਵੋਮਸ ਇਹਨਾਂ ਨੂੰ ਕਹਿੰਦੇ ਆ। ਨਿਮਨਟੋਡ, ਇਹ ਵੀ ਬਾਈਲੇਟਰਲ ਸਿਮਿਟਰੀ ਹੁੰਦੇ ਆ, ਟ੍ਰਿਪਲੋਬਲਾਸਟਿਕ ਹੋਣਗੇ, 3 ਜਰਮਸ ਲੇਅਰ ਹੋਣਗੇ, ਸਿਲੈਂਡਰੀਕਲ ਸ਼ੇਪ ਹੈ।
ਸਿਡੋਸਿਲੋਮ ਹੈ, ਪਿੱਛੇ ਸਿਡੋਸਿਲੋਮ ਦੇ ਬਾਰੇ ਆਇਆ ਸੀਗਾ ਵੀ ਮੀਜ਼ੋਡਰਮ ਦੀਆਂ ਪਾਊਚਸ ਹੋਣਗੀਆਂ ਬਿਟਵੀਨ ਦੀ ਐਕਟੋਡਰਮ ਐਂਡ ਐਂਡੋਡਰਮ। ਟਿਸ਼ੂ ਲੈਵਲ ਹੋਏਗਾ, ਪੈਰਾਸਾਈਟ ਹੁੰਦੇ ਆ, ਸਕੈਰਿਸ ਛੋਟੇ ਛੋਟੇ ਚਿੱਟੇ ਕੀੜੇ ਹੁੰਦੇ ਆ ਨਾ ਪੇਟ 'ਚ, ਵਿਚੀਰੀਆ। these are example of the nematode, you can see the structure cylindrical ਹੈਗੇ ਆ। ਐਨੀਲਿਡਾ ਇਹ ਵੀ ਬਾਈਲੇਟਰਲ ਸਿਮਿਟਰੀ ਹੈਗੇ ਆ, ਟ੍ਰਿਪਲੋਬਲਾਸਟਿਕ ਹੈ, ਸਲੰਡਰ ਬੋਡੀ ਹੈ, ਟਰੂ ਬੋਡੀ ਕੈਵਿਟੀ ਹੋਏਗੀ ਇਹਦੀ। ਔਰਗਨ ਸਿਸਟਮ ਹੁੰਦਾ ਬੋਡੀ ਦੇ ਉੱਤੇ ਐਨੂਲਾਈ, ਲਾਈਕ ਇੱਦਾਂ ਕਰਕੇ ਛੋਟੇ ਛੋਟੇ ਇੱਦਾਂ ਖੰਨੇ ਜਿਹੇ ਬਣੇ ਹੁੰਦੇ ਆ, ਇਹਨਾਂ ਨੂੰ ਐਨੂਲਾਈ ਕਹਿੰਦੇ ਹੈਗੇ ਆ। ਇਹ ਲੈਂਡ ਅਤੇ ਵਾਟਰ 'ਚ ਦੋਨਾਂ 'ਚ ਮਿਲਦੇ ਆ, ਲਾਈਕ ਅਰਥਵੋਮ ਐਂਡ ਲੀਚ। ਠੀਕ ਆ। ਆਰਥਰੋਪੋਡਾ ਤੋਂ ਮੀਨਿੰਗ ਹੈਗਾ ਜੁਆਇੰਟਡ ਲੈਗਸ, ਜਿਨ੍ਹਾਂ ਦੀਆਂ ਲੈਗਸ ਕੀ ਆ ਇੱਦਾਂ ਦੀਆਂ ਹੋਣ ਜਿਵੇਂ ਕਾਕਰੋਚ। ਠੀਕ ਹੈ, ਤਾਂ ਇਹਨਾਂ ਨੂੰ ਆਰਥਰੋਪੋਡਾ 'ਚ ਜਿੰਨੇ ਵੀ ਹਾਊਸ ਫਲਾਈ, ਬਟਰਫਲਾਈ, ਕਾਕਰੋਚ ਇਸ 'ਚ ਐਗਜ਼ਾਮਪਲ ਆ ਜਾਣਗੇ। ਜੁਆਇੰਟਡ ਲੈਗਸ ਸਭ ਤੋਂ ਜ਼ਿਆਦਾ ਐਨੀਮਲ ਇਸ ਗਰੁੱਪ 'ਚ ਹੈਗੇ ਆ। ਇਹਨਾਂ 'ਚ ਸਰਕੂਲੇਟਰੀ ਸਿਸਟਮ ਓਪਨ ਹੁੰਦਾ, ਔਰਗਨ ਸਿਸਟਮ ਬਣੇ ਹੋਏ ਆ। ਠੀਕ ਆ। ਟਿਊਬ ਬੋਡੀ ਕੈਵਿਟੀ ਹੈ ਜਿਹਦੇ ਵਿੱਚ ਬਲੱਡ ਭਰਿਆ ਹੁੰਦਾ, ਬਾਈਲੇਟਰਲ ਸਿਮਿਟਰੀ ਔਰ ਟ੍ਰਿਪਲੋਬਲਾਸਟਿਕ ਹੁੰਦੇ ਆ। ਦੈਨ ਮਲਸਕਾ ਬੋਡੀ ਕੈਵਿਟੀ ਘੱਟ ਹੁੰਦੀ ਹੈ, ਬਾਈਲੇਟਰਲ ਸਿਮਿਟਰੀ ਸ਼ੋ ਕਰਦੇ ਆ, ਟ੍ਰਿਪਲੋਬਲਾਸਟਿਕ। ਸਰਕੂਲੇਟਰੀ ਸਿਸਟਮ ਓਪਨ ਹੈ, ਕਿਡਨੀ ਲਾਈਕ ਸਟਰਕਚਰ ਹੁੰਦੀ ਹੈ ਇਹਨਾਂ 'ਚ ਐਕਸਕ੍ਰੀਸ਼ਨ ਲਈ। ਮਸਕੂਲਰ ਫੁੱਟ ਹੁੰਦਾ ਜਿਹਦੀ ਹੈਲਪ ਨਾਲ ਇਹ ਤੁਰਦੇ ਆ, ਪਾਈਲਾ ਐਂਡ ਕਾਈਟਨ। ਦੀਜ਼ ਆਰ ਦੀ ਮਲਸਕਾ। ਸ਼ੈਲਸ ਵਗੈਰਾ ਇਹਨਾਂ ਦੀ ਬੋਡੀ 'ਤੇ ਆਊਟਸਾਈਡ ਹੁੰਦੇ ਆ। ਇਕਾਈਨੋਡਰਮਾ ਡਰਮੇਟਾ ਕੰਡੇਦਾਰ, ਸਪਾਈਨੀ ਸਕਿਨ ਹੋਏਗੀ, ਫ੍ਰੀ ਲਿਵਿੰਗ ਆ, ਮਰੀਨ ਵਾਟਰ 'ਚ ਰਹਿੰਦੇ ਆ, 3 ਲੇਅਰ ਤੋਂ ਬੋਡੀ ਬਣੀ ਹੁੰਦੀ ਆ। ਬੋਡੀ ਕੈਵਿਟੀ ਹੋਏਗੀ ਔਰ ਟਿਊਬ ਸਿਸਟਮ ਹੁੰਦਾ ਇਹਨਾਂ ਦੇ ਚੱਲਣ ਲਈ। ਰੀਜਨਰੇਸ਼ਨ ਪਾਵਰ ਜ਼ਿਆਦਾ ਹੀ ਹੁੰਦੀ ਹੈ। ਸਟਾਰਫਿਸ਼, ਸੀ ਅਰਚਿਨ ਐਗਜ਼ਾਮਪਲਸ ਹੈਗੀਆਂ ਇਕਾਈਨੋਡਰਮੇਟਾ ਦੀਆਂ। ਦੈਨ ਪ੍ਰੋਟੋਕੋਡੇਟਾ, ਇਹ ਐਨੀਮਲਸ ਜਿਹੜੇ ਹੈਗੇ ਆ ਬਾਈਲੇਟਰਲ ਸਿਮਿਟਰੀ ਸ਼ੋ ਕਰਦੇ ਆ, 3 ਲੇਅਰਸ ਬੋਡੀ ਦੀਆਂ ਹੋਣਗੀਆਂ, ਸਿਲੰਡਰੀਕਲ ਸ਼ੇਪ ਹੈ, ਬੋਡੀ ਕੈਵਿਟੀ ਹੈਗੀ ਆ। ਇਹਨਾਂ ਦੀ ਲਾਈਫ ਸਟੇਜ ਦੇ ਵਿੱਚ ਨੋਟੋਕੋਡ ਠੀਕ ਹੈ ਬਣਦੀ ਹੈਗੀ ਹੈ ਜਿਹਦੇ ਨਾਲ ਮਸਲ ਅਟੈਚ ਹੁੰਦੇ ਆ, ਐਮਫੀਓਕਸਿਸ ਔਰ ਬਲੈਨੋਗਲੋਸਿਸ। ਜਦੋਂ ਇਸ ਤੋਂ ਪਹਿਲਾਂ ਦੇ ਜਿਹੜੇ ਵੀ ਐਨੀਮਲਸ ਕੀਤੇ ਸੀ ਉਹਨਾਂ 'ਚ ਨੋਟੋਕੋਡ ਹੈ ਨਹੀਂ ਸੀ, ਤਾਂ ਬਲੈਨੋਗਲੋਸਿਸ ਔਰ ਐਮਫੀਓਕਸਿਸ ਤੋਂ ਨੋਟੋਕੋਡ ਬਣਨੀ ਸ਼ੁਰੂ ਹੋਈ। ਦੈਨ ਵਰਟੀਬ੍ਰੇਟਾ ਜਿਨ੍ਹਾਂ 'ਚ ਨੋਟੋਕੋਡ ਹੁੰਦੀ ਹੈਗੀ ਹੈ। ਡੋਰਸਲ ਨਰਵ ਕੋਡ ਹੋਏਗੀ, 3 ਲੇਅਰਸ ਤੋਂ ਬਣੀ ਹੋਏਗੀ, ਗਿੱਲ ਪਾਊਚਸ ਹੋਣਗੀਆਂ ਸਾਹ ਲੈਣ ਲਈ, ਬੋਡੀ ਕੈਵਿਟੀ ਹੋਏਗੀ ਜਿਵੇਂ ਫਿਸ਼ਿਜ਼, ਪਾਈਸਿਸ, ਅੰਫੀਬੀਅਨ, ਰੈਪਟਾਈਲ, ਏਵੀਸ ਐਂਡ ਮੈਮਲਸ। ਪਾਈਸਿਸ ਇਹ ਵਾਟਰ 'ਚ ਲਿਵਿੰਗ ਹੁੰਦੇ ਆ, ਇਹਨਾਂ ਦੀ ਬੋਡੀ ਸਕੇਲਸ ਪਲੇਟਸ ਨਾਲ ਢੱਕੀ ਹੁੰਦੀ ਆ, ਆਕਸੀਜਨ ਡਿਜ਼ੋਲਵ ਲੈਂਦੇ ਆ ਥਰੂ ਦੀ ਗਿਲਸ। ਸਟੀਮਲਾਈਨ ਬੋਡੀ ਹੁੰਦੀ ਹੈ, ਮਸਕੂਲਰ ਟੇਲ ਹੋਏਗੀ, ਕੋਲਡ ਬਲੱਡਡ ਹੁੰਦੇ ਆ, ਹਾਰਟ 2 ਚੈਂਬਰ ਹੋਏਗਾ, ਐਗਸ ਦਿੰਦੇ ਆ। ਔਰ ਕਈਆਂ ਦੀ ਬੋਡੀ ਹੈਵ ਸਕੈਲਟਨ, ਇਹਨਾਂ ਦੇ ਵਿੱਚ ਸਕੈਲਟਨ ਹੋਏਗਾ ਜਿਵੇਂ ਰੋਹੂ ਅਤੇ ਕਤਲਾ ਕੈਟਲਾ ਫਿਸ਼, ਬਟ ਕਈਆਂ ਦੇ ਵਿੱਚ ਕਾਰਟੀਲੇਜ ਹੁੰਦੇ ਆ। ਠੀਕ ਹੈ, ਬੋਨੀ ਫਿਸ਼ਜ਼ ਐਂਡ ਕਾਰਟੀਲੇਜ ਵਾਲੀ ਬੋਡੀ ਹੁੰਦੀ ਆ। ਐਮਫੀਬੀਅਨਸ ਇਹਨਾਂ ਦੀ ਬੋਡੀ 'ਤੇ ਸਕੇਲਸ ਨਹੀਂ ਹੁੰਦੇ, ਮਿਊਕਸ ਗਲੈਂਡ ਹੁੰਦੀ ਆ। ਹਾਰਟ ਕੀ ਹੋਏਗਾ 3 ਚੈਂਬਰ ਹੋਏਗਾ। ਰੈਸਪੀਰੇਸ਼ਨ ਗਿਲਸ ਰਾਹੀਂ ਵੀ ਹੋ ਸਕਦੀ ਹੈ ਔਰ ਲੰਗਸ ਰਾਹੀਂ ਵੀ। ਜਦੋਂ ਪਾਣੀ 'ਚ ਹੋਣਗੇ ਗਿਲਸ ਰਾਹੀਂ ਅੰਡੇ ਦਿੰਦੇ ਹੈਗੇ ਆ, ਵਾਟਰ 'ਤੇ ਲੈਂਡ 'ਤੇ ਦੋਨੋਂ ਰਹਿੰਦੇ ਆ, ਤਾਂ ਇਹਨਾਂ ਨੂੰ ਐਮਫੀਬੀਅਨਸ। ਦੀਜ਼ ਆਰ ਦੀ ਐਮਫੀਬੀਅਨ। ਫਰੋਗ, ਟੋਡ, ਸੈਲਾਮੈਂਡਰ ਆਰ ਦੀ ਐਗਜ਼ਾਮਪਲ। ਦੈਨ ਰੈਪਟਾਈਲਸ ਕੋਲਡ ਬਲੱਡਡ ਹੁੰਦੇ ਆ, ਸਕੇਲਸ ਹੁੰਦੇ ਆ ਔਰ ਦੇ ਬਰੀਥ ਥਰੂ ਦੀ ਲੰਗਸ। ਹਾਰਟ ਕੀ ਹੈ 3 ਚੈਂਬਰ ਹੁੰਦਾ, ਪਰ ਕਿਹੜਾ ਰੈਪਟਾਈਲ ਕਰੋਕੋਡਾਈਲ ਦਾ ਹਾਰਟ ਕੀ ਹੁੰਦਾ 4 ਚੈਂਬਰ ਹੁੰਦਾ। ਇਹ ਐਗ ਲੇ ਕਰਦੇ ਹੈਗੇ ਆ ਵਾਟਰ 'ਚ। ਦੇ ਕੈਨ ਡੋਂਟ ਨੀਡ ਟੂ ਲੇ, ਇਹ ਆਪਣੇ ਐਗਸ ਮਤਲਬ ਕਿਤੇ ਵੀ ਲੇ ਕਰ ਸਕਦੇ ਆ। ਟਰਟਲ, ਲਿਜ਼ਰਡ, ਕਰੋਕੋਡਾਈਲ ਫਾਲ ਇਨ ਦਿਸ ਕੈਟਾਗਰੀ। ਦੈਨ ਏਵੀਸ ਬਰਡਸ, ਸਕੇਲਸ ਹੋਣਗੇ, ਬਰੀਥ ਥਰੂ ਲੰਗਸ, ਕੋਲਡ ਬਲੱਡਡ ਹੈਗੇ ਆ। ਦੇ ਹੈਵ 3 ਵਾਈਲ ਮੋਸਟ ਆਫ ਦੈਮ ਹੈਵ 3 ਅਸੀਂ ਏਵੀਸ ਕਰ ਰਹੇ ਹਾਂ। ਇਹ ਲੈਗੇ ਇਹ ਗਲਤ ਹੈ, ਏਵੀਸ ਪੰਛੀ ਦੇ ਬਾਰੇ ਆਏਗਾ, ਗਲਤ ਲਿਖਿਆ ਗਿਆ। ਏਵੀਸ ਕੋਲਡ ਬਲੱਡਡ ਹੁੰਦੇ ਆ, ਇਹ ਐਗਸ ਲੇ ਕਰਦੇ ਹੈਗੇ ਆ। 3 ਚੈਂਬਰ ਹਾਰਟ ਹੋਏਗਾ। ਦਿਸ ਇਜ਼ ਅਬਾਊਟ ਦੀ ਰੈਪਟਾਈਲਸ। ਠੀਕ ਹੈ, ਆਈ ਥਿੰਕ ਰਿਪੀਟ ਹੋ ਗਈ ਸਲਾਈਡ, ਕੋਈ ਗੱਲ ਨਹੀਂ।
ਦੈਨ ਮੈਮਲ ਜੋ ਹੈ ਵਾਰਮ ਬਲੱਡਡ ਹੁੰਦੇ ਆ, 4 ਚੈਂਬਰ ਹਾਰਟ ਹੋਏਗਾ, ਮੈਮਰੀ ਗਲੈਂਡਸ ਹੁੰਦੇ ਆ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਨਰਿਸ਼ਮੈਂਟ ਦੇ ਸਕਣ ਥਰੂ ਮਿਲਕ। ਬੋਡੀ ਤੇ ਹੇਅਰ ਤੇ ਸਵੈਟ ਗਲੈਂਡਸ ਹੋਣਗੀਆਂ, ਦੇ ਵਿਲ ਪ੍ਰੋਡਿਊਸ ਦੀ ਯੰਗ ਵਨਸ ਲਾਈਕ ਦੈਮ, ਬਟ ਪਲੈਟੀਪਸ ਐਂਡ ਅਕਿਡਨਾ ਇਹ ਮੈਮਲਸ ਤਾਂ ਹੈ, ਦੇ ਵਿਲ ਲੇ ਐਗ। ਔਰ ਕੰਗਾਰੂ ਜੋ ਆਪਣੇ ਬੱਚੇ ਦੇ ਪੂਰਲੀ ਡਿਵੈਲਪ ਹੁੰਦੇ ਹੈਗੇ ਆ ਕੰਗਾਰੂ ਦੇ, ਦਿਸ ਇਜ਼ ਆਲਸੋ a mammal. Thank you for watching the video. Hope so you understand, revise again and again to learn and see the animals from the Wikipedia. Thank you for